ਸਵਾਗਤ ਸਤਿ ਸ਼੍ਰੀ ਅਕਾਲ। ਮੈਂ ਅਮਰਜੀਤ, ਤੁਸੀਂ ਵੇਖ ਰਹੇ ਹੋ ਪੰਜਾਬ ਬੁੱਕ ਪੀਬੀ ਨਿਊਜ਼। ਨਿਰਪੱਖ ਸੋਚ ਨਿਰਪੱਖ ਵਿਚਾਰ। ਅੱਜ ਗੱਲ ਕਰਾਂਗੇ ਦੇਸ਼ ਦੀ ਲੱਚਰ ਆਰਥਿਕਤਾ ਦੀ, ਜਿੱਥੇ ਇੱਕ ਰਾਜਕਰਤਾ ਸ਼੍ਰੇਣੀ ਕੇਂਦਰ ਦੇ ਵਿੱਚ ਵਿਸ਼ਵ ਗੁਰੂ ਤੇ ਅੰਮ੍ਰਿਤ ਕਾਲ ਦੀਆਂ ਗੱਲਾਂ ਕਰ ਰਹੀ ਹੈ, ਉੱਥੇ ਅੱਜ ਸਾਡਾ ਰੁਪਈਆ ਹੋਰ ਡਿੱਗ ਗਿਆ, 78 ਤੋਂ ਵੀ ਟੱਪ ਗਿਆ 79-80 ਦੇ ਲਾਗੇ। ਇਸ ਤਰ੍ਹਾਂ ਦੀ ਲੱਚਰ ਆਰਥਿਕਤਾ ਦਾ ਲੋਕਾਂ 'ਤੇ ਕੀ ਅਸਰ ਹੋਣਾ, ਉਹਦੇ ਬਾਰੇ ਗੱਲ ਕਰਾਂਗੇ ਨਿਤਿਸ਼ ਜੀ ਦੇ ਨਾਲ। ਨਿਤਿਸ਼ ਜੀ, ਤੁਹਾਡਾ ਫਾਈਨਾਂਸ ਸੈਕਟਰ ਵੀ ਰਿਹਾ ਹੈ, ਪੇਸ਼ੇ ਵਜੋਂ ਵੀ ਫਾਈਨੈਂਸ਼ੀਅਲ, ਤੁਸੀਂ ਸਾਰੀਆਂ ਚੀਜ਼ਾਂ ਨੂੰ ਸਮਝਦੇ। ਜਰਾ ਇਹਨੂੰ ਸਾਫ਼ ਤੇ ਸਪਸ਼ਟ ਸ਼ਬਦਾਂ 'ਚ ਸਮਝਾਓ ਕਿ ਇਹ ਸਥਿਤੀ ਕਿੰਨੀ ਕੁ ਘਾਤਕ ਹੈ ਦੇਸ਼ ਵਾਸਤੇ। ਇਹਨੂੰ ਜੈ ਭੀਮ ਜੈ ਸੰਵਿਧਾਨ ਜੀ, ਇਹਨੂੰ ਸਾਫ਼ ਤੇ ਸਪਸ਼ਟ ਅਲਫਾਜ਼ਾਂ ਦੇ ਵਿੱਚ ਸਮਝਾਵਾਂਗਾ। 2014 ਦੇ ਵਿੱਚ ਇੱਕ ਮਹਾਨ ਅਰਥਸ਼ਾਸਤਰੀ ਨੇ ਕਿਹਾ ਸੀ कि दिल्ली की सरकार और रुपये में कंपटीशन चल रहा है, किसकी आबरू ज़्यादा लुटी हुई है, कौन ज़्यादा गिरा हुआ है। और जिस देश का रुपया गिरा होता है वो देश की सरकारें भ्रष्ट होती हैं और देश की करेंसी देश की इज्जत होती है और उस पर दब्बा लगा रही है मौके की सरकार। और ये अल्फाज है सी जी उस टाइम के मुख्य मंत्री गुजरात के नरेंद्र मोदी जी, मौजूदा सरकार सी उस टाइम महान अर्थशास्त्री ਰੀਅਲ 'ਚ ਡਾਕਟਰ ਮਨਮੋਹਨ ਸਿੰਘ ਜੀ ਦੀ। ਅਤੇ ਅੱਜ ਰੁਪਈਆ ਜਿਹੜਾ ਵਾ ਉਹ ਧੜਮ ਡਿੱਗ ਰਿਹਾ। NRIਆਂ ਲਈ ਤਾਂ ਚੰਗੀ ਖਬਰ ਹੋ ਸਕਦੀ ਹੈ, ਪਰ ਇੰਪੋਰਟ ਅਤੇ ਐਕਸਪੋਰਟ ਕਰਨ ਵਾਲੇ ਵਪਾਰੀਆਂ ਲਈ ਇੱਕ ਇਹ ਦਰਦਨਾਕ ਸੰਤਾਪ ਹੈਗਾ। ਅੱਗੇ ਵਪਾਰ ਡਿੱਗੇ ਪਏ ਆ, ਹੁਣ ਆ ਕੇ ਇਹ ਦੱਸਣ ਕਿ ਵੀ ਰੁਪਈਆ ਡਿੱਗ ਕਿਉਂ ਰਿਹਾ, ਰੁਪਈਆ ਡਿੱਗ ਕਿਉਂ ਗਿਆ। ਦੇਖੋ, ਰੁਪਈਆ ਡਿੱਗਣ ਦੇ ਨਾਲ ਸਮੱਸਿਆ ਕੀ ਆਉਂਦੀ ਹੈ ਜੀ ਕਿ ਇੰਪੋਰਟ ਐਕਸਪੋਰਟ ਦਾ ਬੈਲੈਂਸ ਜਿਹੜਾ ਵਾ ਉਹ ਖਰਾਬ ਹੋ ਜਾਂਦਾ। ਜਿਹੜਾ ਤੁਹਾਡੀ ਪੇਮੈਂਟਸ ਨੇ ਕਰਦੇ ਤੁਸੀਂ ਇੰਪੋਰਟ ਲਈ, ਉਹ 'ਤੇ ਇਫੈਕਟ ਕਰਦਾ। ਪੈਟਰੋਲ ਵਰਗੀ ਚੀਜ਼ ਤੁਸੀਂ ਬਾਹਰੋਂ ਮੰਗਵਾਉਂਦੇ ਜੇ, ਇਹ ਸਾਰੀਆਂ ਚੀਜ਼ਾਂ ਦਾ ਬੈਲੈਂਸ ਜਿਹੜਾ ਵਾ ਉਹ ਵਿਗੜਦਾ। ਪਰ ਹਾਲਾਤ ਇਹ ਹੈ ਜੀ ਕਿ ਸਟੇਟਮੈਂਟ ਨਹੀਂ ਆ ਰਹੀ। ਮਹਿੰਗਾਈ ਦਰ ਹੱਥੋਂ ਨਿਕਲ ਚੁੱਕੀ ਹੈ, ਬੇਰੁਜ਼ਗਾਰੀ ਦਰ ਹੱਥੋਂ ਨਿਕਲ ਚੁੱਕੀ ਆ, ਅਰਥ ਵਿਵਸਥਾ ਡਿੱਗ ਗਈ ਹੈ। ਰਿਜ਼ਰਵ ਬੈਂਕ ਰੈਪੋ ਰੇਟ ਲਗਾਤਾਰ ਦੂਜਾ ਮਹੀਨਾ ਵਧਾ ਦਿੱਤਾ ਗਿਆ 0.5%। ਪਰ ਸਮੱਸਿਆ ਇਹ ਹੈ ਕਿ ਸਰਕਾਰ ਬੋਲਣ ਨੂੰ ਤਿਆਰ ਨਹੀਂ ਹੈਗੀ। ਰਾਜਾ ਜਿਹੜਾ ਵਾ ਉਹ ਕਹਿਣ ਨੂੰ ਤਿਆਰ ਨਹੀਂ ਹੈਗਾ ਕਿ ਹੁਣ ਗਿਰੀ ਹੋਈ ਸਰਕਾਰ ਹੈ ਕਿ ਗਿਰਿਆ ਹੋਇਆ ਰੁਪਈਆ ਵਾ। ਹੁਣ ਭ੍ਰਸ਼ਟਾਚਾਰ ਹੋ ਕਿੱਥੇ ਰਿਹਾ। ਜੇ ਮਨਮੋਹਨ ਸਿੰਘ ਸਰਕਾਰ 'ਚ ਭ੍ਰਸ਼ਟਾਚਾਰ ਸੀ, ਇੱਕ ਮੰਨ ਲੈਂਦੇ ਹਾਂ ਹਾਈਪੋਥੈਟਿਕਲੀ, ਤਾਂ ਉਹਨਾਂ ਦਾ ਰੁਪਈਆ ਡਿੱਗਾ ਸੀ। ਫਿਰ ਇਸ ਟਾਈਮ ਅੱਜ ਕਿਹੜਾ ਹੋ ਰਿਹਾ ਭ੍ਰਸ਼ਟਾਚਾਰ ਜਿਹਦੇ 'ਚ ਰੁਪਈਆ ਡਿੱਗ ਰਿਹਾ, ਔਰ ਉਹ ਭ੍ਰਸ਼ਟਾਚਾਰ ਸਾਡੇ ਕੋਲ ਨੰਗੀਆਂ ਅੱਖਾਂ ਨਾਲ ਵੇਖਿਆ ਕਿਉਂ ਨਹੀਂ ਜਾ ਰਿਹਾ? ਕੀ ਉਹਦੀ ਇੰਟਰਨੈਸ਼ਨਲੀ ਫੋਰੈਂਸਿਕ ਰਿਪੋਰਟ ਬਣਵਾਉਣ ਦੀ ਲੋੜ ਹੈਗੀ ਹੈ, ਫਾਈਨੈਂਸ਼ੀਅਲ ਫੋਰੈਂਸਿਕ? ਇੱਥੇ ਸਰੋਤਿਆਂ ਨੂੰ ਇਹ ਦੱਸਾਂਗੇ ਜੀ ਕਿ ਬੰਗਾਰੂ ਲਕਸ਼ਮਣ ਇਹਨਾਂ ਦੇ ਇੱਕ ਅਧਿਅਕਸ਼ ਹੁੰਦੇ ਸਨ ਅੱਜ ਤੋਂ 20-22 ਸਾਲ ਪਹਿਲਾਂ। ਫੇਮਸ ਬਹੁਤ ਮਸ਼ਹੂਰ ਹੋਏ ਜੀ। ਸਟਿੰਗ ਆਪਰੇਸ਼ਨ ਦੇ ਵਿੱਚ 1 ਲੱਖ ਰੁਪਏ ਦੀ ਡੋਨੇਸ਼ਨ ਲੈ ਰਹੇ ਸੀ, ਡੋਨੇਸ਼ਨ ਹੀ ਕਹਾਂਗਾ ਮੈਂ ਜੀ। ਅਤੇ ਉਸ ਤੋਂ ਬਾਅਦ ਭਾਜਪਾ ਨੇ ਪਿਛਲੇ 15-20 ਸਾਲਾਂ 'ਚ ਬਹੁਤ ਕੁਝ ਸਿੱਖਿਆ। ਉਹਦੇ ਵਿੱਚ ਸਿੱਧਾ ਮੈਂ ਕਹਾਂਗਾ ਔਰਗਨਾਈਜ਼ਡ ਕਰਪਸ਼ਨ। ਸਾਡੀ ਆਵਾਜ਼ ਛੋਟੀ ਹੈ, ਰਹਿ ਜਾਂਦੀ ਵੀ ਛੋਟੀ ਹੈ। ਇੱਕ ਐਸੀ ਔਰਗਨਾਈਜ਼ਡ ਕਰਪਸ਼ਨ ਹੋ ਰਹੀ ਹੈ ਜਿਹੜੀ ਇਸ ਨਿਜ਼ਾਮ ਦੇ ਜਾਣ ਤੋਂ ਬਾਅਦ ਹੀ ਬਾਹਰ ਆਏਗੀ। ਔਰ ਇਸ ਟਾਈਮ ਮੌਜੂਦਾ ਹਾਲਾਤਾਂ ਦੇ ਵਿੱਚ ਤੇ ਜਿੱਥੇ ਬਿਨਾਂ ਕੋਰਟਾਂ ਦੇ ਅਪਰੂਵਲਾਂ ਤੇ ਮੁਲਕ 'ਚ ਬਲਡੋਜ਼ਰ ਚੱਲ ਰਹੇ ਆ, ਲੋਕਾਂ ਦੇ ਆਸ਼ਿਆਨੇ ਬਰਬਾਦ ਕੀਤੇ ਜਾ ਰਹੇ ਆ, ਸੰਵਿਧਾਨ ਦੇ ਉੱਤੇ ਪੰਜਾ ਪੈ ਚੁੱਕਾ ਆ, ਉੱਥੇ ਔਰਗਨਾਈਜ਼ ਕਰਪਸ਼ਨ ਨੂੰ ਕੌਣ ਬਾਹਰ ਲਿਆਏਗਾ? ਪੋਸੀਬਲ ਤੇ ਹੈ ਨਹੀਂ। ਕਿਉਂਕਿ ਤਿੰਨੋਂ ਸਤੰਭ ਜਿਹੜੇ ਉਹ ਇਸ ਟਾਈਮ ਦਬ ਚੁੱਕੇ ਹੋਏ ਆ, ਅਤੇ ਚੌਥਾ ਸਤੰਭ ਗੋਡੀ ਮੀਡੀਆ ਦੇ ਤੌਰ 'ਤੇ ਬੜੇ ਵੱਡੇ ਵਰਸ਼ਨ ਦੇ ਤੌਰ 'ਤੇ ਨਿਕਲਿਆ ਬਾਹਰ। ਅਤੇ ਸ਼ਾਇਦ ਇਹ ਨਿਜ਼ਾਮ ਜਦੋਂ ਜਾਏਗਾ, ਪਰ ਉਦੋਂ ਤੱਕ ਮੁਲਕ ਬਰਬਾਦ ਹੋ ਚੁੱਕਾ ਹੋਏਗਾ, ਅਰਥ ਵਿਵਸਥਾ ਦੇ ਤੌਰ 'ਤੇ ਬਰਬਾਦ ਹੋ ਰਿਹਾ। ਔਰ ਜਿਸ ਮੁਲਕ ਨੂੰ ਬਰਬਾਦ ਕਰਨਾ ਹੋਵੇ, ਇੱਕ ਫੇਮਸ ਕੋਟ ਹੈ ਜੀ ਕਿ ਉਹਨੂੰ ਧਰਮ ਦੀ ਅਫੀਮ ਚਟਾ ਦਿਓ। ਅਤੇ ਇਹ ਮੁਲਕ ਜਿਹੜਾ ਧਰਮ ਦੀ ਅਫੀਮ ਚਟ ਚੁੱਕਾ ਵਾ, ਔਰ ਸ਼ਾਇਦ ਆਪਾਂ 47 ਦੇ ਮੋੜ 'ਚ ਜਾ ਰਹੇ ਹਾਂ। ਸਟੇਟਮੈਂਟ ਥੋੜ੍ਹੀ ਅਲਾਰਮਿੰਗ ਲੱਗਦੀ ਹੈ, ਸਟੇਟਮੈਂਟ ਥੋੜ੍ਹੀ ਖਤਰਨਾਕ ਲੱਗਦੀ ਆ, ਪਰ ਜੇ ਆਪਾਂ ਸੱਚਾਈ ਨਾ ਸਮਝੀਏ, ਕਿਉਂਕਿ ਤੁਸੀਂ ਔਰ ਮੈਂ ਸਾਡੀ ਜੰਗ ਜਦੋਂ ਚੈਨਲ ਚਲਾਉਂਦੇ ਸੀ 3 ਸਾਲ ਪਹਿਲਾਂ, ਇੱਕ ਗੱਲ ਕਰਦੇ ਹੁੰਦੇ ਸੀ ਕਿ ਇਸ ਮੁਲਕ ਦੇ ਵਿੱਚ ਐਮਰਜੈਂਸੀ 2.0 ਹੈਗੀ ਆ। ਠੀਕ ਹੈ ਜੀ। ਜੇ ਕੋਈ ਆਪਣੇ ਆਪ ਨੂੰ ਸਮਝਦਾ ਤੇ ਸਮਝਦਾਰ ਉਹ ਹੁੰਦਾ ਜਿਹੜਾ ਆਉਣ ਵਾਲੇ ਵਕਤ ਨੂੰ ਪ੍ਰੈਡਿਕਟ ਕਰਦਾ ਪਹਿਲਾਂ। ਠੀਕ ਹੈ, ਉਹ ਪਹਿਲਾਂ ਆਪਾਂ ਆਪਣੀਆਂ ਆਉਣ ਵਾਲੀ ਨਸਲਾਂ ਲਈ ਕਰ ਰਹੇ ਸੀ ਕਿ ਬਈ ਐਮਰਜੈਂਸੀ 2.0 ਹੋਗੀ, ਸਿਰਫ ਫੇਸਬੁੱਕ 'ਤੇ ਆਜ਼ਾਦੀ ਹੈਗੀ, ਉਸ ਕਰਕੇ ਤੁਹਾਨੂੰ ਲੱਗ ਰਿਹਾ ਕਿ ਮੁਲਕ 'ਚ ਹਾਲਾਤ ਬੜੇ ਸਹੀ ਨੇ, ਤੁਸੀਂ ਆਪਣੇ ਜਜ਼ਬਾਤ ਜਿਹੜੇ ਆ ਉਹਦਾ ਪ੍ਰਗਟਾਵਾ ਕਰ ਲੈਂਦੇ ਜੇ ਸੋਸ਼ਲ ਮੀਡੀਆ 'ਤੇ। ਪਰ ਐਮਰਜੈਂਸੀ 2.0 ਹੈ। 20-22 ਕਰੋੜ ਲੋਕ ਅੱਜ ਪਿੰਜਰੇ 'ਚ ਕੈਦ ਹੋ ਚੁੱਕੇ ਆ ਇਸ ਮੁਲਕ 'ਚ। ਹੌਲੀ ਹੌਲੀ ਆਪਾਂ ਵੀ ਮਾਈਨੋਰਟੀ ਚਾਹੁੰਦੇ ਹਾਂ, ਘੱਟ ਗਿਣਤੀ ਚਾਹੁੰਦੇ ਹਾਂ। 2-2.5 ਕਰੋੜ ਹੈਗੇ ਆ ਸਾਡੇ ਨਾਲ, ਤੇ ਵੈਸੇ ਹੀ ਜਿੰਨਾ ਧੱਕਾ ਸਾਡੇ ਨਾਲ ਭਾਰਤੀ ਹਕੂਮਤ ਦੇ ਦੌਰਾਨ ਹੋਇਆ 75 ਸਾਲ 'ਚ ਕਿਤੇ ਕਿਸੇ ਨਾਲ ਹੋਇਆ ਵੀ ਨਹੀਂ ਹੋਏਗਾ। ਤੇ ਸੋ ਇਹ ਅੱਗ ਸਾਡੇ ਵੀ ਆਊਗੀ, ਤੇ ਸਿਵਲ ਸੁਸਾਇਟੀ ਨੂੰ ਇਕੱਠੇ ਹੋਣ ਦੀ ਲੋੜ ਹੈਗੀ ਆ। ਮੁਲਕ ਦੇ ਜਿਹੜੇ ਆ 3 ਸਤੰਭ ਖਤਰੇ 'ਚ ਆ। ਮੁਲਕ ਦਾ ਜਿਹੜੇ ਇੰਡੀਕੇਟਰਸ ਹੈਗੇ ਆ, ਫਾਈਨੈਂਸ਼ੀਅਲ ਇੰਡੀਕੇਟਰਸ ਹੋਵੇ, ਸਮਾਜਿਕ ਇੰਡੀਕੇਟਰਸ ਹੋਣ, ਵਿਕਸਿਤ ਇੰਡੀਕੇਟਰਸ ਹੋਣ, ਕੋਈ ਪ੍ਰੋਗਰੈਸਿਵ ਇੰਡੀਕੇਟਰਸ ਹੋਣ, ਉਹ ਸਾਰੇ ਦੇ ਸਾਰੇ ਥੱਲੇ ਲੱਗ ਚੁੱਕੇ ਹੋਏ ਆ। ਨਾ ਉੱਠੇ ਤੇ ਸ਼ਾਇਦ ਬਰਬਾਦੀ ਦੇ ਜਿਹੜੇ ਆ ਸਟੈਪ ਦੂਰੋਂ ਦਿਖਣ ਲੱਗ ਪਏ ਆ, ਪਹੁੰਚ ਜਾਵਾਂਗੇ। ਜੈ ਭੀਮ ਜੈ ਸੰਵਿਧਾਨ। ਇੰਡੀਕੇਟਰ ਦੱਸ ਰਿਹਾ ਜੀ ਅਲਾਰਮਿੰਗ ਹੈ, ਅਲਾਰਮਿੰਗ ਤੋਂ ਵੀ ਗਾਂ ਦੀ ਸਿਚੁਏਸ਼ਨ ਹੈ, ਡੇਂਜਰਸ ਦੇ ਵਿੱਚ ਪਹੁੰਚ ਚੁੱਕੇ ਹਾਂ ਅਸੀਂ। ਇਹ ਰਾਜਾ ਜਦੋਂ ਮੁੱਖ ਮੰਤਰੀ ਹੁੰਦਾ ਸੀ
ਉਦੋਂ ਜੋ ਗੱਲਾਂ ਕਰਦਾ ਹੁੰਦਾ ਸੀ ਅੱਜ ਦੇਸ਼ ਦੇ ਉਹੀ ਹਾਲਾਤ ਨੇ। ਪਰ ਅੱਜ ਚੁੱਪ ਆ। ਅਰਥ ਵਿਵਸਥਾ ਕਿਸੇ ਵੀ ਦੇਸ਼ ਦੀ ਜਦੋਂ ਡਿੱਗਦੀ ਹੈ ਤੇ ਉਹਦੇ ਹਾਲਾਤ ਬੱਤਰ ਹੁੰਦੇ ਆ। ਕੁਝ ਘਰਾਣਿਆਂ ਦੇ ਕੋਲ ਐਸਟ ਜਮ੍ਹਾਂ ਹੋ ਰਿਹਾ ਹੈ, ਬਾਕੀ ਲੋਕ ਭੁੱਖਮਰੀ ਤੇ ਬੇਰੁਜ਼ਗਾਰੀ ਦਾ ਸ਼ਿਕਾਰ ਹੋ ਰਹੇ ਨੇ। ਕੋਈ ਨਵੀਆਂ ਡਿਵੈਲਪਮੈਂਟ, ਕੋਈ ਇਨਫਰਾਸਟ੍ਰਕਚਰ, ਕੋਈ ਡਿਵਰਸੀਫਿਕੇਸ਼ਨ ਦੀਆਂ ਚੀਜ਼ਾਂ ਜਿਹੜੀਆਂ ਇਕਨੋਮਿਕਸ ਦੇ ਵਿੱਚ ਵੀ ਲਿਆਉਣੀਆਂ ਚਾਹੀਦੀਆਂ, ਉਹਦੇ 'ਚ ਸਰਕਾਰ ਪੂਰੀ ਤਰ੍ਹਾਂ ਫੇਲ ਹੈ। ਲੋਕਾਂ ਨੂੰ ਧਰਮ ਦੀ ਫੀਮ ਚਟਾ ਕੇ ਇੱਕ ਦੂਜੇ ਨਾਲ ਲੜਾਇਆ ਜਾ ਰਿਹਾ, ਤਮਾਸ਼ਾ ਵੇਖਿਆ ਜਾ ਰਿਹਾ। ਪਰ ਸਭ ਤੋਂ ਵੱਡੀ ਗੱਲ, ਡੈਮੋਕ੍ਰੇਸੀ 'ਚ ਵਿਪੱਖ ਦਾ ਬਹੁਤ ਵੱਡਾ ਰੋਲ ਹੁੰਦਾ ਹੈ। ਸਾਡੇ ਕੋਲ ਵਿਪੱਖ ਨਹੀਂ ਹੈਗਾ, ਟੁੱਟਾ ਭੱਜਾ ਲੰਗੜਾ ਲੂਲਾ ਵਿਪੱਖ ਹੈ, ਜਿਹਦੇ ਕਰਕੇ ਇਹ ਰਾਜਾ ਨਿਰਕੁੰਸ਼ ਹੋਇਆ ਪਿਆ ਹੈ। ਜਿਉਂਦੇ ਵਸਦੇ ਰਹੋ, ਫੇਰ ਮਿਲਾਂਗੇ, ਧੰਨਵਾਦ।